सत श्री अकाल जी। ANB न्यूज़ देख रहे सारे दर्शकों का मैं कुलदीप सिंह स्वागत करता। शुरुआत करते अज की मुख्य बुलेटिन की। नवजोत सिंह सिद्धू ਨੂੰ पंजाब कांग्रेस का प्रधान बनाए जाने ਦੀਆਂ ਚਰਚਾਵਾਂ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਵੱਲੋਂ लगातार मीटिंगां कीतियां जा रही ने। इस दे नाल ही अज बहुत सारे कांग्रेसी विधायक नवजोत सिंह सिद्धू के घर पहुंचे। इस मौके हलका बाघा पुराणा तो विधायक दर्शन बराड़ ने कहा कि नवजोत सिंह सिद्धू ਨੂੰ प्रधान बनने ते सारे कांग्रेसी खुश ਹਨ। ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ 1 ਮਹੀਨੇ ਵਿੱਚ ਹੀ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਜਾਵੇਗਾ। हाँ पूरे सुनता मैं कला नहीं सुन सकता जी। सारे कांग्रेस MLA, सारे मंत्री, सारा हल्का, सारा पंजाब, सारे वर्कर सारे खुश है पूरे। सिद्धू प्रधान अपना एंगल नहीं बना सकता 2022 में सारी सरकार फिर बनाना तू ऐसी थोड़ी बनाना मैं तो पा दूंगा। कोई कैप्टन नाराज नहीं का। कैप्टन से कहें कि कैप्टन कह की बनाया सिद्धू ਨੂੰ प्रधान। कैप्टन भी नाल है, सारे मंत्री नाल है। तुम देखोगे जो है ना अपना सुखबीर सिंह बादल कितने डिप्टी मुख्यमंत्री बनाना, दो कितने डिप्टी चेयरमैन बनाना, कितने कुछ बनाना, कितने कुछ बनाना। कहता असं 115 सीटें जिता कि मैं थोड़ा ये गल कहता था बिना मेरी गल नोट कर लो, अगली गल याद रखियो भी असं अज MLA साहब के घरे खड़े पटियाले दर्शन करने गल कही भी जे अकाली दल का एक बंदा भी MLA बन गया असं वो महीने नहीं कर देंगे किसी को। जेडे मुद्दे चक्के सी जेडे गुरु ग्रंथ साहब की बेइज्जती की अकाली दल ने कराई है वो मुद्दे भूल जाके सारे बंदे अंदर फड़ के दे देने हैं, किसी को नहीं बख्शना। कोई 4.5 साल सुते रहे सारे सरकार भी सुती रही। सरकार ने किया कि सरकार ने किया की है दसो की सरकार ने किया, सुते रहे सारे ਹੁਣ ਟਿਕਾਤੇ ਸਿੱਧੂ ਸਾਰੇ ਟਿਕਾਤੇ। यानी कि कितना कितना सरकार ਦੀ ਕਮੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਦਰ ਕਮੀ ਸੀ ਸਾਹਮਣੇ ਕੁਛ ਰੱਖ ਲਾਂਦੀ ਸੀ। ਮੰਤਰੀ ਤੁਸੀਂ ਵੀ ਤਾਂ ਉਹਨਾਂ ਦੇ ਵਿੱਚ ਸੀ, ਤੁਸੀਂ ਕਹਿ ਰਹੇ ਹੋ ਵੀ ਹਾਲ ਜਿਹੜਾ ਸਾਡੇ ਉਹ ਯਾਰ ਪਹਿਲਾਂ ਮੇਰੀ ਸੁਣੋ ਗੱਲ, ਤੁਹਾਡੀ ਸੁਣਵਾਈ ਨਹੀਂ ਸੀ ਕੀ ਕਹਿ ਓਏ ਸਾਡੀ ਸਮਝ ਹੁਣ ਤਾਂ ਹੀ ਤਾਂ ਗੱਲ ਸੀ ਇਹ ਜੇ ਸਮਝ ਦੀ ਫਿਰ ਹੁਣ ਦਿੱਤੇ ਨਾ ਅੰਦਰ ਹਾਂ ਹੁਣ ਫਾਂਸੀ ਲੱਗੀ ਹੁੰਦੀ ਉਹਨਾਂ ਨੂੰ। ਹੁਣ ਮੈਂ ਕਹਿੰਦਾ ਸੱਚੇ ਪਾਤਸ਼ਾਹ ਨੂੰ ਫਾਂਸੀ ਲਾਵੇ ਜਿਨ੍ਹਾਂ ਲੋਕਾਂ ਨੇ ਬੇਪਤੀ ਕੀਤੀ ਸਾਡੇ ਗੁਰੂ ਗ੍ਰੰਥ ਸਾਹਿਬ ਸਾਡੇ ਦੀ ਸਿੱਖ ਕੌਮ ਦੇ ਆਪਣੀ ਹੇਠੀ ਹੋਈ ਇਸ ਗੱਲ 'ਚ। ਮੈਂ ਕਹਿੰਦਾ ਅੱਜ ਵੀ ਕਹਿੰਦਾ ਕੱਲ ਨੂੰ ਮੈਂ ਕਹੂੰਗਾ यानी कि कितना कितना सरकार ਦੀ ਕਮੀ। ਨਿਊ ਚੰਡੀਗੜ੍ਹ ਦੇ ਅਧੀਨ ਆਉਂਦੇ ਪਿੰਡ ਸਿਸਵਾ ਦੀ ਰਹਿਣ ਵਾਲੀ ਸਵਰਨ ਕੌਰ ਦਾ ਕੱਚੇ ਮਕਾਨ ਦਾ ਬਿੱਲ 2 ਲੱਖ ਦੇ ਕਰੀਬ ਆਉਣ ਦੇ ਨਾਲ ਸਵਰਨ ਕੌਰ ਨੂੰ ਕਾਫੀ ਮਾਨਸਿਕ ਸਥਿਤੀ ਤੋਂ ਗੁਜ਼ਰਨਾ ਪੈ ਰਿਹਾ ਹੈ। ਸਾਡੇ ਚੈਨਲ ਨਾਲ ਗੱਲਬਾਤ ਕਰਦੇ ਸਵਰਨ ਕੌਰ ਨੇ ਦੱਸਿਆ ਕਿ ਉਹ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਰਹੀ ਹੈ ਅਤੇ 2019 ਤੋਂ ਪਹਿਲਾਂ ਉਹਨਾਂ ਦਾ ਲੋਕਡਾਊਨ ਦੌਰਾਨ 1,19,000 ਰੁਪਏ ਦਾ ਬਿੱਲ ਆਇਆ ਸੀ, ਪਰ ਉਦੋਂ ਤੋਂ ਹੀ ਉਹ ਬਿਜਲੀ ਮਹਿਕਮੇ ਦੇ ਦਫ਼ਤਰ ਦਾ ਚੱਕਰ ਕੱਟ ਰਹੇ ਨੇ। ਪਰ ਹੁਣ ਉਹ ਜੋ ਬਿੱਲ 1,19,000 ਸੀ ਉਹ ਵੱਧ ਕੇ 2 ਲੱਖ ਦੇ ਕਰੀਬ ਹੋ ਗਿਆ ਹੈ ਅਤੇ ਇਸ ਕਰਕੇ ਉਹਨਾਂ ਨੇ ਬਿਜਲੀ ਮਹਿਕਮੇ ਤੋਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਦੇ ਉੱਪਰ ਕਾਰਵਾਈ ਕਰਨ ਤੇ ਬਿੱਲ ਦੇ ਵਿੱਚ ਕਟੌਤੀ ਕਰਨ। ANB ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਡੇਵਿਡ ਵਰਮਾ ਤੇ ਮੇਰੇ ਸਹਿਯੋਗੀ ਨੇ ਪ੍ਰਦੀਪ ਵਰਮਾ ਜੀ, ਅਸੀਂ ਨਿਊ ਚੰਡੀਗੜ੍ਹ ਦੇ ਪਿੰਡ ਸਿਸਮਾ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਜੇ ਗੱਲ ਕਰੀ ਜਾਈਏ ਕਿ ਇੱਕ ਗਰੀਬ ਪਰਿਵਾਰ ਨੂੰ ਪੰਜਾਬ ਬਿਜਲੀ ਬੋਰਡ ਦੇ ਵੱਲੋਂ ਜਿਹੜਾ ਹੈ 2 ਲੱਖ ਰੁਪਏ ਦਾ ਜਿਹੜਾ ਬਿੱਲ ਭੇਜ ਦਿੱਤਾ ਹੈ। ਬੀਬੀ ਸਵਰਨ ਕੌਰ ਜੀ, ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ। ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ, ਕਿਸ ਤਰ੍ਹਾਂ ਇੰਨਾ ਬਿੱਲ ਆਇਆ ਤੁਹਾਡਾ? ਇਹ ਗਲਤ ਬਿੱਲ ਭੇਜਿਆ ਤਾਂ ਜੀ ਉਹਨਾਂ ਨੇ। ਹਾਂਜੀ ਹਾਂਜੀ ਅਸੀਂ ਤਾਂ ਇਹੀ ਕਹਿੰਦੇ ਵੀ ਮਾਫ ਹੋ ਜਾਵੇ। ਇਹ ਕਿਹੜੇ ਸਾਲ ਮਾ ਤੁਹਾਡਾ ਬਿੱਲ ਆਇਆ ਤਾਂ ਜੀ? ਇਹ 2019 ਹਾਂਜੀ ਉਹ 2020 ਮਾ ਪਿਆ ਤਾਂ ਪਹਿਲਾਂ ਅੱਛਾ, ਮਕਾਨ। ਜਿਹੜਾ ਮਕਾਨ ਤੁਹਾਡਾ ਨਵਾਂ ਬਣਾਇਆ ਵਾ ਉਹ 2020 ਚ ਬਣਾਇਆ ਹਾਂ ਵਾ? 2020 ਮਾ ਪਿਆ ਤਾਂ ਉਹ। ਆ 2019 ਮਾ ਜਦੋਂ ਤੁਹਾਨੂੰ ਕਿੰਨਾ ਬਿੱਲ ਆਇਆ ਤਾਂ ਉਸ ਹਾਂ। ਸਮੇਂ? 1,19,000। ਜਦੋਂ 1,19,000 ਦਾ ਬਿੱਲ ਆਇਆ ਤਾਂ ਤੁਹਾਡੇ ਮਨ ਤੇ ਕੀ ਬੀਤੀ ਜੀ ਫਿਰ? ਸਾਡੇ ਮਨ ਤੇ ਤਾਂ ਜੀ ਹੁਣ ਬਹੁਤ ਬੁਰੀ ਬੀਤੀ ਹੈ। ਹਾਂ, ਫਿਰ ਉਸ ਤੋਂ ਬਾਅਦ ਜਦੋਂ 1,19,000 ਦਾ ਬਿੱਲ ਆਇਆ, ਕਿਆ ਤੁਸੀਂ ਸੰਬੰਧਿਤ ਮਹਿਕਮੇ ਨੂੰ ਇਹਦੀ ਜਾ ਕੇ ਸ਼ਿਕਾਇਤ ਕਰੀ ਜੀ? ਕਰੀ ਤੀ ਜੀ, ਪੁੱਛਿਆ ਹੀ ਨਹੀਂ ਕਿਸੇ ਨੇ। ਕਿਸੇ ਨੇ ਕੋਈ ਪੁੱਛਿਆ ਨਹੀਂ ਹੈ? ਕਹਿੰਦੇ ਭਰਾਣਾ ਪਾਉਂਗਾ। ਫਿਰ ਕਿੰਨਾ ਬਿੱਲ ਭਰਾਣਾ ਪਿਆ ਤੁਹਾਨੂੰ? ਹੁਣ ਤਾਂ ਜੀ 10,000 ਰੁਪਇਆ ਭਰਾਇਆ ਤਾਂ ਲੋਕਡਾਊਨ ਤੇ ਬਾਅਦ, ਜਿਹੜਾ ਪਹਿਲਾ ਲੋਕਡਾਊਨ ਲੱਗਿਆ ਤਾਂ ਹਾਂਜੀ 10,000 ਭਰਾਇਆ ਤਾਂ ਉਹ ਤੇ ਬਾਅਦ ਨਹੀਂ ਅਸੀਂ ਭਰਾਏ ਆ। ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਵੀ ਮੇਰੇ ਸਿਰਫ ਇੱਕ ਬੱਲਬ ਔਰ ਇੱਕ ਪੱਖਾ ਹੈ, ਗਰੀਬ ਹੈ ਮੈਂ, ਵਿਧਵਾ ਜਨਾਨੀ ਹੈ? ਦੱਸਿਆ ਦਾ ਜੀ, ਹਾਂ, ਕੋਈ ਨਹੀਂ ਪੁੱਛਦਾ। ਕੋਈ ਨਹੀਂ ਪੁੱਛਿਆ ਜੀ ਹੈਗਾ? ਨਹੀਂ ਜੀ। ਤੇ ਫਿਰ ਹੁਣ ਜਿਹੜਾ ਨਵਾਂ ਬਿੱਲ ਆਇਆ ਉਹ ਕਿੰਨਾ ਆਇਆ ਏ? 2 ਲੱਖ ਤੇ ਉੱਪਰ ਹੈ ਜੀ। 2 ਲੱਖ ਦੇ ਉੱਪਰ ਆ ਗਿਆ। ਜਦੋਂ ਹੁਣ 2 ਲੱਖ ਰੁਪਏ ਦਾ ਬਿੱਲ ਆ ਗਿਆ, ਤੁਹਾਡੇ ਮਨ ਤੇ ਕੀ ਬੀਤੀ? ਸਾਡੇ ਮਨ ਤੇ ਤਾਂ ਜੀ ਹੁਣ ਬੀਤੀ ਆ ਵੀ ਅਸੀਂ ਕਿਵੇਂ ਭਰਾਉਂਗੇ। ਹਾਂ, ਜੇ 2 ਲੱਖ ਹੁੰਦਾ ਤਾਂ ਲੈਂਟਰ ਨਾ ਪਾ ਦੇ ਉੱਪਰ। ਅੱਛਾ,
ਹਾਂਜੀ ਕੀ ਕੰਮ ਕਰਦੇ ਹੋ ਮਾਤਾ ਜੀ ਤੁਸੀਂ? ਅਸੀਂ ਕੀ ਕੰਮ ਕਰਨਾ, ਲੋਕਾਂ ਦੇ ਭਾਂਡੇ ਮਾਂਜਦੀ ਨੇ। ਅੱਛਾ, ਬੱਚੇ ਕਿੰਨੇ ਹੈ ਜੀ ਤੁਹਾਡੇ? ਬੱਚੇ ਤਾਂ 2 ਹੈ। ਉਹ ਅਲੱਗ ਰਹਿੰਦੇ ਕਿ? ਮੁੰਡਾ ਅਲੱਗ ਹੈ ਜੀ, ਬੜਾ ਅਲੱਗ ਹੈ। ਅੱਛਾ, ਦੋਨੇ ਬੱਚੇ ਅਲੱਗ ਹੈ। ਹਾਂਜੀ। ਇਹ ਜਿਹੜਾ ਬਿੱਲ ਹੈ ਤੁਹਾਡੇ ਨਾਮ ਤੇ ਆਇਆ ਹਾਂ, ਹੈ? ਮੇਰੇ ਨਾਂ ਤੇ ਆਇਆ ਜੀ। ਫਿਰ ਤੁਸੀਂ ਉਹਨਾਂ ਨੂੰ ਜਾ ਕੇ ਅਫਸਰਾਂ ਨੂੰ ਕਿਹਾ ਨਹੀਂ ਹੈ ਵੀ ਮੇਰਾ ਬਿੱਲ ਗਲਤ ਭੇਜਿਆ 2 ਲੱਖ ਰੁਪਏ ਦਾ ਹੁਣ ਕਿਹਾ ਤਾਂ ਜੀ, ਜਾਇਆ ਹੀ ਬਿਜਲੀ ਦਫ਼ਤਰ ਮੈਂ, ਪਹਿਲਾਂ ਬਥੇਰੇ ਧੱਕੇ ਖਾਦੇ, ਕਿਸੇ ਨੇ ਨਹੀਂ ਪੁੱਛਿਆ। ਕੋਈ ਤੁਹਾਡੀ ਸੁਣਵਾਈ ਨਹੀਂ ਹੋ ਨਹੀਂ ਰਹੀ ਜੀ। ਤੇ ਹੁਣ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ? ਬਾਜੀ ਗੁਜ਼ਾਰਾ ਤਾਂ ਹੁਣ ਬਹੁਤ ਔਖਾ ਹੁੰਦਾ। ਬਾੜਾ ਹੁਣ ਮੈਨੂੰ ਪਤਾ ਨਹੀਂ ਲੱਗਦਾ ਜੀ। ਹਾਂ, ਕੋਈ ਤੁਹਾਡਾ ਸਰਪੰਚ ਪੰਚ ਤੁਹਾਡੀ ਕੋਈ ਮਦਦ ਨਹੀਂ ਕਰ ਰਿਹਾ ਇਸ ਕੰਮ ਦੇ ਵਿੱਚ ਕਿਸੇ ਜੀ? ਨੇ ਨਹੀਂ ਕਰੀ ਜੀ ਮਦਦ। ਤੇ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਮੈਂ ਹੋ? ਤਾਂ ਇਹੀ ਮੰਗਦੀ ਆ ਜੀ, ਸਾਡਾ ਬਿੱਲ ਮਾਫ ਹੋ ਜਾਵੇ। ਤੁਸੀਂ ਦੇਖ ਹੀ ਲਿਆ ਕਿ ਬੀਬੀ ਸਵਰਨ ਕੌਰ ਜਿਹੜੀ ਹੈ ਵਿਧਵਾ ਜਨਾਨੀ ਹੈ, 2 ਬੱਚਿਆਂ ਨੂੰ ਜਿਹੜੀ ਪਾਲ ਪੋਸ ਕੇ ਇਹਨਾਂ ਨੇ ਵੱਡਾ ਕੀਤਾ, ਪੜਾਇਆ ਲਿਖਾਇਆ। ਉਹ ਬੱਚੇ ਵੀ ਜਿਹੜੇ ਅਲੱਗ ਹੋ ਗਏ ਨੇ। ਫਿਲਹਾਲ ਜਿਹੜਾ ਹੈ 2 ਕਮਰਿਆਂ ਦੇ ਵਿੱਚ ਜਿਹੜਾ ਆਪਣਾ ਗੁਜ਼ਰ ਬਸਰ ਕਰਨ ਵਾਲੀ ਸਵਰਨ ਕੌਰ ਦਾ ਜਿਹੜਾ ਬਿੱਲ ਹੈ ਉਹ ਜਿਹੜਾ ਪਹਿਲਾਂ 1,19,000 ਰੁਪਇਆ ਆਉਂਦਾ ਹੈ 2019 ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਵੱਧਦਾ ਬਿੱਲ ਜਿਹੜਾ ਹੈ 2 ਲੱਖ ਤੋਂ ਪਾਰ ਹੋ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਬਿਜਲੀ ਬੋਰਡ ਦਾ ਕਾਰਨਾਮਾ ਦੇਖਣੇ ਯੋਗ ਹੈ ਕਿ ਇੱਕ ਪੱਖਾ ਤੇ ਬੱਲਬ ਦੇ ਨਾਲ 2 ਲੱਖ ਰੁਪਏ ਦਾ ਬਿੱਲ ਕਿਸ ਤਰ੍ਹਾਂ ਆ ਗਿਆ। ਇਹ ਤਾਂ ਸਵਾਲਿਆ ਨਿਸ਼ਾਨ ਹੈ। ਹੁਣ ਦੇਖਣਾ ਹੈ ਕਿ ਬਿਜਲੀ ਬੋਰਡ ਆਪਣੀ ਗਲਤੀ ਸੁਧਾਰਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊ ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਦੀਪ ਵਰਮਾ ਦੇ ਨਾਲ ANV ਨਿਊਜ਼ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ। ਕਾਂਗਰਸੀ ਨੇਤਾ PL ਪੁਨੀਆ ਨੇ ਕਈ ਮੁੱਦਿਆਂ ਨੂੰ ਲੈ ਕੇ ਆਪਣਾ ਬਿਆਨ ਦਿੱਤਾ, ਜਿਸ ਵਿੱਚ ਉਹਨਾਂ ਨੇ ਵੈਕਸੀਨ ਨੂੰ ਲੈ ਕੇ ਕਿਹਾ ਕਿ ਯੂਪੀ ਵਿੱਚ ਜਨਸੰਖਿਆ ਦੇ ਮੁਤਾਬਕ ਵੈਕਸੀਨ ਨਹੀਂ ਲੱਗ ਰਹੀ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੋਕਾਂ ਦੀ ਜੋ ਮੌਤ ਹੋਈ ਹੈ ਉਸ ਦੇ ਸਰਕਾਰ ਨੂੰ ਅੰਕੜੇ ਜਨਤਕ ਕਰਨੇ ਚਾਹੀਦੇ ਹੈ। ਹੋਰ ਇਸ ਮੌਕੇ ਉਹਨਾਂ ਕੀ ਕਿਹਾ ਤੁਹਾਨੂੰ सुनाने हैं। गांधी प्रतिमा के ऊपर पहुंची, उनको मालार्पण किया, वहाँ पर मौन धारण किया। और जाहिर है कि जब उनका आगमन होता है तो भीड़, अपार भीड़ जुटती है उनको अगवानी करने के लिए, उनका दर्शन करने के लिए। और उसके आधार पर पूर्व निर्धारित कार्यक्रम में भाग लेने पर अगर मुकदमा दर्ज होता है 144 धारा के अंतर्गत कोरोना प्रोटोकॉल का उल्लंघन करने पे, ये दुर्भाग्यपूर्ण है। अनेक प्रोग्राम होते हैं, प्रधानमंत्री जी का प्रोग्राम हुआ, कभी भारतीय जनता पार्टी के युवा मोर्चा के अध्यक्ष आते हैं तब भीड़ होती है, तब वो कोई मुकदमा दर्ज नहीं होता। कोई आपदा होती है, चाहे कोरोना का संकट ले लीजिए, तो कांग्रेस पार्टी के कार्यकर्ता नेता वो सबसे पहले आगे पहुंचते हैं, सबसे पहले वो खोज खबर लेते हैं, सहायता पहुंचाने की कोशिश करते हैं, संवेदना व्यक्त करते हैं। ये पूरा हो रहा है। और देखते हैं कि और कोई राजनीतिक दल के लोग, कहीं उनका अता पता नहीं रहता। हर घटना के ऊपर शिष्टमंडल कांग्रेस पार्टी का जाता है। और यहाँ तक कि जो चाहे CAA के संबंधित जितने मामले रहे हों, जिसमें पुलिस की ज्यादती रही हो, वहाँ पर प्रियंका गांधी जी स्वयं गई। उत्तर प्रदेश में वैक्सीनेशन हुए 4 करोड़ बताए गए। वो ये भी आंकड़े अगर आ जाते कि दोनों वैक्सीनेशन कितने लोगों को हुए, वो जो बहुत कम है। और जिस तरीके से जनसंख्या है, वो जनसंख्या को ध्यान में रखते हुए तो ये संख्या। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਨੇ ਕਿਹਾ ਕਿ ਉਹਨਾਂ ਦੀ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਬੈਠਕ ਹੈ ਅਤੇ ਬੈਠਕ ਵਿੱਚ 22 ਜੁਲਾਈ ਦੇ ਪ੍ਰੋਗਰਾਮਾਂ ਤੇ ਚਰਚਾ ਹੋਵੇਗੀ। ਦੱਸ ਦਈਏ ਕਿ ਕਿਸਾਨਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਜਿਸ ਵਿੱਚ 22 ਜੁਲਾਈ ਨੂੰ ਉਹ 200 ਲੋਕ ਜਾ ਕੇ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਗੇ। ਇਸ ਦੇ ਨਾਲ ਹੀ ਕਿਸਾਨ ਨੇਤਾ ਰਾਕੇਸ਼ ਟਕੈਤ ਨੇ ਕਿਹਾ ਕਿ ਉਹਨਾਂ ਨੇ ਵਿਰੋਧੀ ਧਿਰ ਦੇ ਸਾਰੇ ਰਾਜਨੀਤਿਕ ਪਾਰਟੀ ਦੇ ਲੋਕਾਂ ਨੂੰ ਵੀ ਕਿਹਾ ਕਿ ਉਹ ਸੰਸਦ ਵਿੱਚ ਕਿਸਾਨਾਂ ਦੀ ਮੰਗ ਜਿਹੜੀ ਜ਼ੋਰ शोर ਨਾਲ उठाउन। ये अधिकारियों से मीटिंग है और उसमें जो 22 तारीख का जो प्रोग्राम है उसके बारे में चर्चा उनसे होगी कि 22 तारीख को 200 लोग जाएंगे हमारे पार्लियामेंट में। उनकी कैसे व्यवस्था रहेगी, कहाँ तक वे लोग जाएंगे, चेक करेगी। हमारे ये कि पार्लियामेंट पे वहाँ पर जाके हम अपना बैठे और जैसे ही पार्लियामेंट का सेशन शाम को खत्म हो तो उसी टाइम पे वे लोग वहाँ से वापसी आ जाएंगे। अगले दिन फिर दूसरे लोग जाएंगे, 200 लोग जाएंगे, हर जत्थेबंदी से लोग जाएंगे और पूर्ण उनकी
आइडेंटिटी होगी, वे लोग जाएंगे वहाँ पे, पूरे उनके कार्ड होंगे, आइडेंटिफिकेशन होगी कि कौन कौन लोग जा रहे हैं। तो उसके बारे में आज बातचीत है। तो ये क्योंकि आंदोलन को 8 महीने हो गए, सेशन भी शुरू हो रहा है, और जो विपक्ष के लोग हैं उनसे भी हमने कहा है कि वो भी अपनी बातचीत हाउस के अंदर उठावें। सत्ता पक्ष के लोग भी हैं जो किसान उससे चुन के आते हैं, जो 3 कानून हैं इसके बारे में सरकार से बात करें। तो ये बातचीत के लिए आज वहाँ पे मीटिंग है, और ये उधर ही होगी, सिंगू बॉर्डर की साइड में कहीं किसी जगह उन्होंने रखी है। एक पूरा वो तय हो जाएगा कि कौन से रूट से जाना है, बस से जाना है, कहाँ तक जाना है। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਮੰਗ ਪੱਤਰ ਸੌਂਪਿਆ। ਇਸ ਮੌਕੇ ਡਾਕਟਰ ਅਮਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪਾਰਲੀਮੈਂਟ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਹੱਕਾਂ ਦੀ ਲੜਾਈ ਲੜਨਗੇ। ਉਹਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿੱਚ ਮੀਂਹ ਹਨੇਰੀ ਅਤੇ ਠੰਡ ਵਿੱਚ ਬੈਠਾ ਰਿਹਾ, ਪਰ ਕੇਂਦਰ ਸਰਕਾਰ ਕਿਸਾਨਾਂ ਨਾਲ ਅੜੀ ਕਰ ਰਹੀ ਹੈ, ਜੋ ਕਿ ਨਿੰਦਣਯੋਗ ਹੈ। ਇਸ ਮੌਕੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਾਰੇ ਪਾਰਲੀਮੈਂਟ ਮੈਂਬਰ ਜਦੋਂ ਸੰਸਦ ਵਿੱਚ ਕਿਸਾਨਾਂ ਦੇ ਹੱਕ ਦੀ ਆਵਾਜ਼ ਚੁੱਕਣਗੇ ਤਾਂ ਕੇਂਦਰ ਸਰਕਾਰ ਉਸ ਉੱਪਰ ਜ਼ਰੂਰ ਧਿਆਨ ਦੇਵੇਗੀ। ਔਰ ਪਹਿਲਾਂ ਵੀ ਅਸੀਂ ਲੜਾਈ ਲੜਦੇ ਹਾਂ, ਬਿਲਕੁਲ ਲੜਾਂਗੇ। ਔਰ ਸਾਡਾ ਪਾਰਟੀ ਦੀ ਵੀ ਕੱਲ 6 ਵਜੇ ਮੀਟਿੰਗ ਆ ਸਾਡੀ ਦਿੱਲੀ 'ਚ, ਮੈਂ ਪਹੁੰਚ ਰਿਹਾ। ਔਰ ਸਾਡਾ ਆਪਣਾ ਵੀ ਫੈਸਲਾ ਇਹੀ ਆ, ਕਿਉਂਕਿ ਪੰਜਾਬ ਦੀ ਲੜਾਈ ਆ, ਸਾਡੀ ਹੋਂਦ ਦੀ ਲੜਾਈ ਆ। ਇਹ ਕਿਸਾਨਾਂ ਦੀ ਨਹੀਂ, ਕਿਸਾਨਾਂ ਦੀ ਤਾਂ ਹੈ ਹੀ ਹੈ, ਕਿਉਂਕਿ ਇਹਨਾਂ ਦੀ ਤਾਂ ਜ਼ਮੀਨਾਂ ਹੜਪਣਾ ਚਾਹੁੰਦੇ ਆ। ਇਹ ਸਾਰੇ ਪੰਜਾਬ ਦੀ ਸਾਡਾ ਅਸੀਂ ਕਿੱਥੇ ਬਚਣਾ ਜੇ ਪੰਜਾਬ ਦੀਆਂ ਜ਼ਮੀਨਾਂ ਹੀ ਚਲੀਆਂ ਗਈਆਂ, ਕਿਸਾਨੀ ਚਲੀ ਗਈ। ਤੇ ਲੜਨਾ ਪਹਿਲਾਂ ਵੀ ਲੜਦੇ ਰਹੇ ਆ, ਹੁਣ ਵੀ ਲੜਾਂਗੇ। ਔਰ ਸਾਡੀ ਪਲਾਨਿੰਗ ਤਾਂ ਇਹ ਹੈ ਕਿ ਇਸ ਵਾਰ ਪਾਰਲੀਮੈਂਟ ਆਪਾਂ ਚੱਲਣ ਨਾ ਦੇਈਏ ਔਰ ਉਹਨਾਂ ਨੂੰ ਫੋਰਸ ਕਰੀਏ। ਔਰ ਕਿਸਾਨ ਜਥੇਬੰਦੀਆਂ ਦਾ ਬਹੁਤ ਧੰਨਵਾਦ ਵੀ ਇਹਨਾਂ ਨੇ ਜਿਹੜਾ ਸੰਘਰਸ਼ ਕੀਤਾ ਉਹ ਇਤਿਹਾਸਿਕ ਸੰਘਰਸ਼ ਹੈਗਾ, ਕਿਉਂਕਿ ਦੇਖੋ ਮੀਂਹ 'ਚ ਹਨੇਰੀ ਠੰਡ ਤੂਫਾਨ ਇਹ ਬੈਠੇ ਵਿਚਾਰੇ, ਦੇਖੋ ਤਾਂ ਸਹੀ ਨਾ। ਅੱਛਾ, ਸਾਡੇ ਨਾਗਰਾ ਸਾਹਿਬ ਵੀ ਉੱਥੇ ਜਾ ਕੇ ਬੈਠੇ ਰਹੇ ਆ, ਮੈਂ ਉੱਥੇ ਹਾਜ਼ਰੀ ਲਵਾਉਣਾ। ਮੈਂ ਇਹ ਤਾਂ ਨਹੀਂ ਕਹਿੰਦਾ ਮੈਂ ਮਹੀਨਿਆਂ ਬੱਧੀ ਬੈਠਾ, ਪਰ ਮੈਂ ਹਾਜ਼ਰੀ 2-4 ਵਾਰੀ ਲਵਾ ਕੇ ਆਇਆ। ਲੇਕਿਨ ਅਸੀਂ ਜ਼ਿੰਮੇਵਾਰੀ ਪੂਰੀ ਉਹਦੀ ਮੁਸ਼ਤੈਦੀ ਨਾਲ ਕਰਾਂਗੇ, ਕਿਉਂਕਿ ਸਾਡੀ ਹੋਂਦ ਦਾ, ਪੰਜਾਬ ਦੀ ਕਿਸਾਨਾਂ ਦੀ ਹੋਂਦ ਦਾ ਸਵਾਲ ਹੈ। ਇਹ ਜ਼ਮੀਨਾਂ ਜਿਹੜੀਆਂ ਦੇਣਾ ਚਾਹੁੰਦੇ ਆ ਕਾਰਖਾਨੇ ਵਾਲਿਆਂ ਨੂੰ, ਕਿੰਨੀਆਂ ਮੈਂ ਤਾਂ ਇਹਨਾਂ ਨੇ ਖਤਮ ਕੀਤਾ। 3 ਚੀਜ਼ਾਂ ਦੇਖੋ ਕੀਤੀਆਂ ਕਿ ਕੋਈ ਲਿਮਿਟ ਨਾ ਰਵੇ ਸਮਾਨ ਰੱਖਣ ਦੀ, ਕੋਈ ਭਾਅ ਨਾ ਰਵੇ ਕਿ ਜਿੰਨੇ ਦੇ ਮਰਜ਼ੀ ਵੇਚੋ, ਜ਼ਮੀਨਾਂ ਇਹਨਾਂ ਦੀਆਂ ਠੇਕਿਆਂ ਤੇ ਲੈ ਲਓ, ਫਿਰ ਹੌਲੀ ਹੌਲੀ ਕਬਜ਼ੇ ਕਰ ਲਓ, ਮੰਡੀਆਂ ਖਤਮ ਕਰ ਦਿਓ। ਸਾਰੀ ਪਲਾਨਿੰਗ ਆ ਪੂਰੀ ਦੀ ਪੂਰੀ। ਸਰਕਾਰੀ ਮੰਡੀਆਂ ਨੂੰ ਕਮਜ਼ੋਰ ਕਰੋ, ਕਿਉਂ ਜੀ, ਸਮਝ ਗਏ ਨਾ। ਪ੍ਰਾਈਵੇਟ ਵਾਲਿਆਂ ਤੇ ਕੋਈ ਟੈਕਸ ਨਹੀਂ ਹੈ, ਸਰਕਾਰੀ ਮੰਡੀ ਨੂੰ ਕਹਿੰਦੇ ਵੀ ਤੂੰ ਆਪਣਾ ਜਿਹੜੀ ਤੇਰੀ 4 ਦੀਵਾਰੀ ਉਹਦੇ ਅੰਦਰ ਤੇਰੀ ਹੁਣ ਮੰਡੀ ਰਹਿ ਗਈ, ਉਦੋਂ ਬਾਹਰ ਜਿਹੜਾ ਮਰਜ਼ੀ ਖਰੀਦੇ, ਔਰ ਉਸ ਤੇ ਕੋਈ ਟੈਕਸ ਨਹੀਂ। ਪਿਛਲੇ ਸਾਲ ਦੇ MSP ਦੇ ਹਿਸਾਬ ਨਾਲ 164 ਰੁਪਏ ਪਰ ਕੁਇੰਟਲ ਦਾ ਟੈਕਸ ਛੱਡਿਆ ਇਹਨਾਂ ਨੇ ਪ੍ਰਾਈਵੇਟ ਨੂੰ। ਉਹਨੂੰ ਮਤਲਬ 164 ਰੁਪਏ ਬਚ ਗਏ, ਕਿਉਂਕਿ ਉਹਦੇ ਤੇ ਕੋਈ ਮੰਡੀ ਟੈਕਸ ਨਹੀਂ ਹੈ। ਅੱਛਾ, ਤੇ ਉਹ ਫਿਰ ਲੋਕਾਂ ਨੂੰ ਗੁੰਮਰਾਹ ਕਰੂਗਾ। ਅਰੇ ਯਾਰ, MSP ਤੋਂ ਮੈਂ ਤੈਨੂੰ 50 ਰੁਪਏ ਜ਼ਿਆਦਾ ਦਿੰਦਾ, ਤੂੰ ਉੱਥੇ ਮੰਡੀ 'ਚ ਕਿਉਂ ਜਾਣਾ? ਮੰਡੀਆਂ ਤਾਂ ਸਾਲ 2 ਸਾਲ 4 ਸਾਲ 'ਚ ਬੰਦ ਹੋ ਜਾਣੀਆਂ। ਜਦੋਂ ਬੰਦ ਹੋ ਜਾਣਗੀਆਂ, ਅੱਛਾ ਇਹ ਹੁਣ ਵੀ ਤਾਂ ਆ ਖੜੇ ਆ ਜੀ ਜ਼ਿਮੀਂਦਾਰ, ਪੁੱਛੋ ਜਦੋਂ ਤੁਹਾਡਾ ਜਿਹੜੀਆਂ ਚੀਜ਼ਾਂ ਤੇ MSP ਨਹੀਂ ਹੈਗੀ, ਆ ਮੱਕੀ ਤੇ ਤੁਹਾਡੇ ਆਲੂਆਂ ਤੇ, ਉਹਦੇ ਕੀ ਬਣਦਾ ਤੁਹਾਡਾ? ਬਹੁਤ ਬੜਾ ਲੁੱਟ ਹੁੰਦੀ ਕਿ ਨਹੀਂ ਹੁੰਦੀ? ਵਪਾਰੀ ਤੇ ਆ ਕਣਕ ਝੋਨੇ ਤੇ ਵੀ ਇਹਨਾਂ ਨੂੰ ਉੱਥੇ ਹੀ ਲਿਆਉਣਾ। 2022 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚੱਲਦਿਆਂ ਹਲਕਾ ਖੇਮਕਰਨ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਵਰਨ ਸਿੰਘ ਧੁੰਦ ਜੇ ਕੋਈ ਬੀਤੇ ਦਿਨੀ ਹਲਕਾ ਇੰਚਾਰਜ ਖੇਮਕਰਨ ਦੇ ਲਗਾਏ ਗਏ ਨੇ ਆਪਣੇ ਪੂਰੇ ਸਮਰਥਕਾਂ ਨਾਲ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿਖੇ ਨਤਮਸਤਕ ਹੋਏ। ਗੱਲਬਾਤ ਕਰਦੇ ਹੋਏ ਸਵਰਨ ਸਿੰਘ ਧੁੰਦ ਨੇ ਕਿਹਾ ਕਿ ਉਹਨਾਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ। ਇਸ ਦੇ ਮੌਕੇ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਂਦੇ ਹਾਂ।
ਜਿਹੜਾ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਹਲਕਾ ਜਾਲੀ ਦੀ ਸੇਵਾ ਕੀਤੀ ਹੈ, ਉਹਦੇ ਲਈ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਸਥਾਨ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸੱਚੇ ਪਾਤਸ਼ਾਹ ਦਾ ਅੱਜ ਇੱਥੇ ਮੇਰੇ ਵੀਰ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਸਾਰੀਆਂ ਸੰਗਤਾਂ ਨੇ ਅਤੇ ਰਲ ਕੇ ਅਸੀਂ ਸਾਰਿਆਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹ ਇਲਾਕੇ ਦੀ ਸੱਚੀ ਤੇ ਸੁੱਚੀ ਸੇਵਾ ਕਰਨ ਦਾ ਬਲ ਬਖਸ਼ੇ। ਘਾਰਾ ਮੇਰੇ ਵੀਰ ਮੈਨੂੰ ਤਾਂ ਇੰਜ ਲੱਗਦਾ ਵੀ ਲੋਕ ਜਿਹੜੇ ਆ ਪੂਰਾ ਪੰਜਾਬ ਜਿਹੜਾ ਜਾਗ ਚੁੱਕਿਆ, ਜਿਹੜੇ ਹਲਕੇ ਕਾਇਮ ਕਰਨ ਦੇ ਵਿੱਚ ਤਾਂ ਬਹੁਤ ਵੱਡੀ ਜਿਹੜੀ ਹੈ ਉਹ ਹਨੇਰੀ ਚੱਲ ਰਹੀ ਹੈ। ਲੋਕਾਂ ਦਾ ਪਿਆਰ ਤੁਸੀਂ ਅੱਜ ਵੇਖਿਆ ਹੀ ਹੈ। ਸਾਡਾ ਤਾਂ ਛੋਟਾ ਜਿਹਾ ਸੱਦਾ ਸੀ, ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਸੀ, ਪਰ ਅੱਜ ਸੰਗਤਾਂ ਦਾ ਹੜ੍ਹ ਆ ਗਿਆ। ਇਸ ਹੜ੍ਹ ਤੋਂ ਇਹ ਸਮਝ ਆਉਂਦੀ ਹੈ ਕਿ ਲੋਕ ਜਿਹੜੇ ਆ ਉਹ ਤਬਦੀਲੀ ਲਿਆਉਣੀ ਚਾਹੁੰਦੇ ਆ ਤੇ ਦੋਵਾਂ ਜਿਹੜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੋਂ ਲੋਕ ਅੱਕ ਚੁੱਕੇ। ਮੇਰੇ ਵੀ ਜਿਹੜੇ ਕਿਸਾਨ ਆ ਉਹ ਤਾਂ ਅਸੀਂ ਵੀ ਆਪਾਂ ਸਾਰੇ ਭਰਾ ਜਿਹੜੇ ਆ ਕਿਸਾਨ ਜਿਹੜੇ ਆਪਾਂ ਇਸੇ ਮਿੱਟੀ 'ਚੋਂ ਪੈਦਾ ਹੋਏ ਆ। ਜਿਹੜੇ ਕਿਸਾਨ ਵਿਚਾਰੇ ਮੈਨੂੰ ਲੱਗਦਾ 9 ਮਹੀਨੇ ਹੋ ਗਏ ਉਹਨੂੰ ਸੜਕਾਂ ਤੇ ਰੁਲ ਰਹੇ ਆ ਤੇ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਹੈ ਉਹਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਜਿਹੜੇ ਇਹ ਲੋਕ ਨੇ ਵਿਚਾਰੇ ਬੜੀ ਜਾਇਜ਼ ਮੰਗ ਹੈ। ਲੋਕ ਕਿਹੜੀ ਜਿਹੜਾ ਵੇਖੋ ਰਾਜਾ ਹੁੰਦਾ ਉਹਦਾ ਇੱਕ ਮੇਰੇ ਵੀਰ ਇੱਕ ਉਹਦੀ ਸੋਚ ਚਾਹੀਦੀ ਹੈ ਕਿ ਪ੍ਰਜਾ ਕੀ ਚਾਹੁੰਦੀ ਹੈ। ਜੇ ਤੁਸੀਂ ਪ੍ਰਜਾ ਦੇ ਉਲਟ ਜਾ ਕੇ ਕੰਮ ਕਰੋਗੇ ਤਾਂ ਲੋਕ ਫਿਰ ਤੰਗ ਹੀ ਆਉਣਗੇ, ਲੋਕ ਸੜਕਾਂ ਤੇ ਬੈਠਣਗੇ। ਮੋਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਇਹਨਾਂ ਦੀਆਂ ਲੋਕਾਂ ਦੀਆਂ ਵੱਧ ਦਵਾਵਾਂ ਉਹਨਾਂ ਦੀਆਂ ਵੱਧ ਸੀਸਾਂ ਨਾ ਲੈਣ। ਜਿਹੜੀ ਕਿਸਾਨਾਂ ਦੀ ਮੰਗ ਹੈ ਉਹ ਉਹਨਾਂ ਨੂੰ ਪੂਰੀ ਕਰਨੀ ਚਾਹੀਦੀ। ਬਰਨਾਲਾ ਜ਼ਿਲ੍ਹਾ ਦੇ ਬਲਾਕ ਸੈਣਾ ਦੇ ਸਾਰੇ 67 ਪਿੰਡਾਂ ਦੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਸਰਪੰਚਾਂ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਸਰਪੰਚ ਯੂਨੀਅਨ ਦਾ ਗਠਨ ਕੀਤਾ। ਇਸ ਮੌਕੇ ਜੋਧਪੁਰ ਪਿੰਡ ਦੇ ਸਰਪੰਚ ਬਲਵੀਰ ਸਿੰਘ ਨੂੰ ਪੰਚਾਇਤ ਯੂਨੀਅਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਇਕੱਠੇ ਹੋਏ ਸਰਪੰਚਾਂ ਨੇ ਕਿਹਾ ਕਿ ਪੰਚਾਇਤ ਯੂਨੀਅਨ ਦਾ ਗਠਨ ਸਰਪੰਚਾਂ ਤੇ ਪੰਚਾਇਤਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤਾ ਗਿਆ ਹੈ। ਇਸ ਦਾ ਰਾਜਨੀਤੀ ਨਾਲ ਕੋਈ ਨਾਤਾ ਨਹੀਂ ਹੈ। ਇਸ ਮੌਕੇ ਸੈਣਾ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਹਲਕਾ ਭਦੌੜ ਵਿੱਚ ਕਾਂਗਰਸ ਪਾਰਟੀ ਦਾ ਕੋਈ ਵੀ ਹਲਕਾ ਇੰਚਾਰਜ ਨਾ ਹੋਣ ਕਰਕੇ ਇਸ ਹਲਕੇ ਦੇ ਵਿਕਾਸ ਕਾਰਜਾਂ ਦੇ ਵਿੱਚ ਵਿਘਨ ਪੈ ਰਿਹਾ ਹੈ ਅਤੇ ਹਲਕੇ ਦੇ ਫੰਡਾਂ ਦਾ ਕੁਝ ਲੋਕਾਂ ਵੱਲੋਂ ਮਿਸਯੂਜ਼ ਕੀਤਾ ਜਾਂਦਾ ਹੈ। ਇਸ ਲਈ ਉਹਨਾਂ ਨੇ ਸਰਪੰਚ ਯੂਨੀਅਨ ਦਾ ਗਠਨ ਕੀਤਾ ਹੈ ਤਾਂ ਜੋ ਪਿੰਡਾਂ ਦੀਆਂ ਪੰਚਾਇਤਾਂ ਤੇ ਸਰਪੰਚਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਅਤੇ ਇਲਾਕੇ ਦਾ ਵਿਕਾਸ ਹੋਵੇ। ਅੱਜ ਅਸੀਂ ਆਪਦੀ ਪੰਚਾਇਤ ਯੂਨੀਅਨ ਬਲਾਕ ਸੈਣਾ ਦੀ ਬਾਡੀ ਤਿਆਰ ਕਰੀ ਹੈ ਤੇ ਵੱਖ-ਵੱਖ ਸਰਪੰਚ ਜੋ ਦਿੱਕਤ ਆਊਗੀ ਅਸੀਂ ਇਕਜੁੱਟ ਹੋ ਕੇ ਜਾਂ ਸਾਡੇ ਸਰਕਾਰਾਂ ਸਾਡੇ ਡਿੱਕਾ ਲਾਉਣਗੀਆਂ ਜਾਂ ਲੀਡਰ ਡਿੱਕਾ ਲਾਉਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਤੁਹਾਨੂੰ ਕੀ ਚੁਣਿਆ ਗਿਆ ਜੀ? ਪ੍ਰਧਾਨ ਚੁਣਿਆ ਗਿਆ ਜੀ ਮੈਨੂੰ ਬਲਾਕ ਸੈਣੇ ਦਾ ਪੰਚਾਇਤ ਯੂਨੀਅਨ ਦਾ। ਲੱਗਦਾ ਕਿ ਜਿਹੜੇ ਕੰਮ ਰੁਕਦੇ ਸੀ, ਗ੍ਰਾਂਟਾਂ ਰੁਕਦੇ ਸੀ, ਹੁਣ ਪੂਰੀਆਂ ਇੱਕ ਜੋ ਬਰਾਬਰ ਪਿੰਡਾਂ 'ਚ ਆਉਣ ਦੀ ਲਾਇਆ। ਅਸੀਂ ਇਕਜੁੱਟ ਹੋ ਕੇ ਸਾਰੇ ਸਰਪੰਚ ਬਰਾਬਰ ਗ੍ਰਾਂਟਾਂ ਲਿਆਵਾਂਗੇ। ਜੇ ਸਾਡਾ ਕੋਈ ਲੀਡਰ ਜਾਂ ਹੋਰ ਬੰਦਾ ਵਿਰੋਧ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ। ਸੋ ਅੱਜ ਸਮੁੱਚੇ ਬਲਾਕ ਸੈਣਾ ਦੇ ਸਰਪੰਚ ਇਕੱਠੇ ਹੋ ਕੇ ਆਪਣੀ ਯੂਨੀਅਨ ਬਾਡੀ ਚੁਣਨ ਜਾ ਰਹੇ ਹਨ। ਸੋ ਇਸ ਦੀ ਲੰਬੇ ਸਮੇਂ ਤੋਂ ਲੋੜ ਸੀ। ਜਿਸ ਤਰ੍ਹਾਂ ਮੈਂ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਸਾਡੇ ਹਲਕੇ ਦੇ ਹੱਕ ਨੇ, ਸਾਡੇ ਪਿੰਡਾਂ ਦਾ ਹੱਕ ਆ, ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਸੋ ਕਿਤੇ ਨਾ ਕਿਤੇ ਸਾਡੇ ਭਦੌੜ ਹਲਕੇ ਨੂੰ ਬਰਨਾਲੇ ਤੋਂ ਦਬਾਇਆ ਜਾ ਰਿਹਾ। ਵੱਡੇ ਪੱਧਰ ਤੇ ਸਾਡੇ ਪਿੰਡਾਂ ਦੇ ਹੱਕ, ਵੱਡੇ ਪੱਧਰ ਤੇ ਸਾਡੇ ਜਿਹੜੇ ਹਲਕਾ ਭਦੌੜ ਉਹਨਾਂ ਦਾ ਜਿਹੜਾ ਫੰਡ ਆ ਕਿਤੇ ਮਿਸਯੂਜ਼ ਕੀਤੇ ਜਾ ਰਹੇ ਸੀ। ਸੋ ਪਿੱਛੇ ਜੇ ਅਸੀਂ ਇੱਕ ਪੰਚਾਇਤ ਯੂਨੀਅਨ ਦਾ ਗਠਨ ਕੀਤਾ ਸੀ, ਸੋ ਬਰਨਾਲੇ ਤੋਂ ਜਾ ਕੇ ਵੀ ਉਹ ਯੂਨੀਅਨ ਕੰਮ ਨਾ ਕਰ ਸਕੇ ਉਸ ਵਿੱਚ ਖਲਡ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕਿਸ ਤਰ੍ਹਾਂ ਮੱਖਣ ਨੇ ਜਾ ਕੇ ਇੱਕ ਪਾਰਟਿਕੂਲਰ ਬੰਦੇ ਦੇ ਗਲ 'ਚ ਹਾਰ ਪਾਤੀ। ਸੋ ਸਰਪੰਚ ਯੂਨੀਅਨ ਦਾ ਉਸਨੂੰ ਪ੍ਰਧਾਨ ਇਲੈਕਟ ਕਰਤਾ। ਸੋ ਉਸ ਤੇ ਪਿਛਲੀ ਮੀਟਿੰਗ 'ਚ ਵੱਡੇ ਆਰੋਪ ਲਾ ਕੇ ਉਸ ਨੂੰ ਖਾਰਿਜ ਕੀਤਾ ਗਿਆ। ਆਰੋਪ ਉਸ ਤੇ ਸੀ ਦਲਾਲੀਆਂ ਕਰਨ ਦਾ, ਆਰੋਪ ਉਸ ਤੇ ਸੀ ਆਪਣੇ ਭਰਾਵਾਂ ਤੇ ਸਰਪੰਚ ਭਰਾਵਾਂ ਤੇ ਪਰਚਾ ਕਰਾਉਣ ਦਾ। ਮੇਰੇ ਤੇ ਜਿਹੜਾ ਇੱਕ ਖੁਦ ਬਣਿਆ ਪ੍ਰਧਾਨ ਸੀ ਉਸਨੇ ਪਰਚਾ ਕਰਵਾਇਆ। ਉਸ ਤੋਂ ਬਾਅਦ ਸਰਪੰਚ ਰਾਮਗੜ੍ਹ ਤੇ ਪਰਚਾ ਕਰਾਇਆ। ਸੋ ਵੱਡੇ ਤਾਦਾਦ 'ਚ ਜਿਹੜੇ ਸਰਪੰਚ ਦੇ ਹੱਕ ਸੀ ਇੱਕ ਆਪ ਮੁਹਾਰੇ ਬਣੇ ਪ੍ਰਧਾਨ ਬਣਿਓ। ਕਿਸਾਨਾਂ ਦੁਆਰਾ ਰਾਜਨੀਤਿਕ ਪਾਰਟੀਆਂ ਨੂੰ ਲੋਕ ਸਭਾ ਵਿੱਚ 3 ਖੇਤੀ ਕਾਨੂੰਨਾਂ ਦੀ ਵਿਰੋਧਾਭਾਸ ਕਰਨ ਲਈ ਅਪੀਲ ਕੀਤੀ ਗਈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਮਾਮਲੇ ਤੇ ਹਰ ਪੱਖ ਤੋਂ ਕੋਸ਼ਿਸ਼ ਕੀਤੀ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਇਹ ਆਰਡੀਨੈਂਸ ਲਿਆਂਦੇ ਗਏ ਸੀ ਤਾਂ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਸਾਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਸਹਿਮਤੀ ਨਾਲ ਆਰਡੀਨੈਂਸ ਨੂੰ ਕਾਨੂੰਨ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਦੋਂ ਇਹ ਪਤਾ ਲੱਗਿਆ ਕਿ ਸਰਕਾਰ ਨੇ ਕਿਸਾਨਾਂ ਦੀ ਸਹਿਮਤੀ ਅਤੇ ਸਲਾਹ ਮਸ਼ਵਰਾ ਲੈਤੇ ਬਿਨਾਂ ਹੀ ਆਪਣੇ ਬਹੁਮਤ ਦੀ ਦਮ ਤੇ ਸਾਥੀ ਪਾਰਟੀਆਂ ਦੀ ਗੱਲ ਸੁਣੇ ਬਿਨਾਂ ਕਾਨੂੰਨ ਬਣਾਇਆ ਗਿਆ ਤਾਂ ਉਹਨਾਂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ ਸੰਸਦ ਵਿੱਚ ਇਹਨਾਂ ਬਿੱਲਾਂ ਦਾ ਵਿਰੋਧ ਕੀਤਾ।
ਉਹਨਾਂ ਕਿਹਾ ਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਕਿਸਾਨਾਂ ਦੀ ਲੜਾਈ ਲਈ ਅੱਗੇ ਹੋ ਕੇ ਲੜ ਰਿਹਾ ਹੈ ਤਾਂ ਜੋ ਬਾਕੀ ਦੇ ਬਿੱਲ ਰੱਦ ਹੋਣ ਤੇ ਕਿਸਾਨ ਖੇਤੀ ਕਾਨੂੰਨ ਵਾਪਸ ਕਰਵਾ ਕੇ ਆਪਣੇ ਘਰਾਂ ਨੂੰ ਵਾਪਸ ਪਰਤਣ। ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਕਿਸਾਨਾਂ ਦੇ ਮਸਲੇ 'ਚ ਹਰ ਪੱਖੋਂ ਪੈਰਵਾਈ ਕੀਤੀ ਹੈ। ਜਦ ਇਹ ਆਰਡੀਨੈਂਸ ਲਾਏ ਗਏ ਸਰਕਾਰ ਦੇ ਵਿੱਚ ਰਹਿ ਕੇ ਮੈਂ ਲੜਾਈ ਲੜੀ ਕਿ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਵਿੱਚੇ ਭਾਈਵਾਲ ਬਣਾ ਕੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਆਰਡੀਨੈਂਸ ਇੱਕ ਕਾਨੂੰਨ ਬਣਨ। ਮੈਨੂੰ ਵਿਸ਼ਵਾਸ ਵੀ ਦਿੱਤਾ ਗਿਆ, ਮੇਰੀ ਗਲਤੀ ਆ ਰਹੀ ਕਿ ਮੈਂ ਉਹਨਾਂ ਦੇ ਉੱਤੇ ਵਿਸ਼ਵਾਸ ਕਰ ਲਿਆ। ਜਦ ਪਤਾ ਲੱਗਿਆ ਕਿ ਪਾਰਲੀਮੈਂਟ 'ਚ ਬਿਨਾਂ ਸਹਿਮਤੀ ਦੇ ਨਾਲ ਸਲਾਹ ਮਸ਼ਵਰੇ ਦੇ ਨਾਲ ਕਿਸਾਨਾਂ ਦੇ ਨਾਲ ਗੱਲਬਾਤ ਕੀਤੇ ਬਿਨਾਂ ਹੀ ਪਾਰਲੀਮੈਂਟ 'ਚ ਲਿਆ, ਅਸੀਂ ਉੱਥੇ ਵੀ ਪੁਰਜ਼ੋਰ ਵਿਰੋਧ ਕੀਤਾ। ਲੇਕਿਨ ਜਦ ਸਾਫ਼ ਹੋ ਗਿਆ ਕਿ ਨੰਬਰਾਂ ਦੇ ਬਲ ਰਾਹੀਂ ਆਪਣੇ ਅਲਾਇੰਸ ਪਾਰਟਨਰ ਭਾਈਵਾਲ ਪਾਰਟੀ ਦੀ ਸੁਣਨੀ ਨਹੀਂ ਹੈ, ਫਿਰ ਮੂੰਹ 'ਚ ਅਸਤੀਫਾ ਮਾਰਿਆ ਤੇ ਉੱਥੇ ਬੈਠ ਕੇ ਡਟ ਕੇ ਉਹਨਾਂ ਦੇ ਖਿਲਾਫ ਬੋਲੇ ਤੇ ਉੱਚੀ ਆਵਾਜ਼ ਨਾਲ ਇਸ ਬਿੱਲ ਦਾ ਵਿਰੋਧ ਕੀਤਾ। ਤੇ ਉਸ ਦਿਨ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਿਆ, ਕਿਉਂਕਿ ਸਾਡਾ ਕਿਸਾਨ ਸਾਡਾ ਪੰਜਾਬ ਇਹ ਦੋਨੋਂ ਇੱਕੋ ਹੀ ਨੇ। ਜੇ ਕਿਸਾਨ ਹੈਗਾ ਤਾਂ ਪੰਜਾਬ ਹੈਗਾ। ਤੇ ਇਹ ਲੜਾਈ ਵਾਸਤੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਅੱਗੇ ਹੋ ਕੇ ਆਪਣਾ ਫਰਜ਼ ਅਦਾ ਕੀਤਾ ਹੈ। ਬਾਕੀਆਂ ਨੇ ਤਾਂ ਭਾਵੇਂ ਗੱਲਾਂ ਜ਼ਰੂਰ ਕੀਤੀਆਂ ਹੋਣ, ਲੇਕਿਨ ਜੇ ਕਿਸਨੇ ਕੁਝ ਅਸਤੀਫਾ ਦਿੱਤਾ, ਕੋਈ ਭਾਈਵਾਲ ਆਪਣਾ ਨਾਤਾ ਛੱਡਿਆ ਤੋੜਿਆ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ। ਤੇ ਹੁਣ ਵੀ ਕਿਸਾਨਾਂ ਦੀ ਮੰਗ ਦੇ ਅਨੁਸਾਰ ਸਭ ਤੋਂ ਪਹਿਲੇ ਅਸੀਂ ਐਡਜੋਰਨਮੈਂਟ ਮੋਸ਼ਨ ਕਿ ਬਾਕੀ ਸਾਰੇ ਕੰਮ ਰੱਦ ਕੀਤੇ ਜਾਣ, ਪਹਿਲੇ ਕਿਸਾਨਾਂ ਦੇ ਇਹ ਕਾਲੇ ਕਾਨੂੰਨ ਵਾਪਸ ਕੀਤੇ ਜਾਣ, ਜਿਹਦੇ ਕਰਕੇ ਮੈਂ ਅੱਜ ਦਿੱਲੀ ਜਾ ਰਹੀ ਹਾਂ ਇਸ ਐਡਜੋਰਨਮੈਂਟ ਮੋਸ਼ਨ ਨੂੰ ਕਾਮਯਾਬ ਕਰਨ ਵਾਸਤੇ। ਫਿਲਹਾਲ ਮੇਰੇ ਨਾਲ ਬੁਲੇਟਿਨ ਵਿੱਚ ਇੰਨਾ ਹੀ ਤੇ ਤੁਸੀਂ ਬਣੇ ਰਹੋ ANB ਨਿਊਜ਼ ਦੇ ਨਾਲ। ਧੰਨਵਾਦ।